ਪ੍ਰਾਈਮ ਏਸ਼ੀਆ टीवी ਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਕੇਦਾਰਨਾਥ ਧਾਮ ਵਿੱਚ ਪੁਜਾਰੀਆਂ ਵੱਲੋਂ ਧਰਨਾ ਲਗਾਇਆ ਗਿਆ, ਇਹਦਾ ਕੀ ਕਾਰਨ ਹੈ। ਦੂਸਰੇ ਪਾਸੇ ਬਹੁਤ ਸਾਰੇ ਧਾਰਮਿਕ ਸਥਾਨ ਨੇ ਜਿਨ੍ਹਾਂ ਨੂੰ ਲੈ ਕੇ ਹਮੇਸ਼ਾ ਹੀ ਲੋਕਾਂ ਦੀ ਆਸਥਾ ਬਣੀ ਹੋਈ ਹੁੰਦੀ ਹੈ, ਪਰ ਯੂਪੀ ਵਿੱਚ ਇੱਕ ਅਨੋਖਾ ਹੀ ਮੰਦਿਰ ਬਣਿਆ ਤੇ ਬਾਅਦ ਵਿੱਚ ਪੁਲਿਸ ਨੂੰ ਉਹ ਢਾਉਣਾ ਪਿਆ। ਬਹੁਤ ਸਾਰੀਆਂ ਹੋਰ ਵੀ ਖਬਰਾਂ ਨੇ, ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਨਾਮਵਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਕੇਦਾਰਨਾਥ ਧਾਮ ਦੇ ਪੁਜਾਰੀ ਧਰਨਾ ਮਾਰ ਕੇ ਬੈਠ ਗਏ ਆ ਸਰਕਾਰ ਦੇ ਖਿਲਾਫ, ਉੱਤਰਾਖੰਡ ਸਰਕਾਰ ਦੇ ਖਿਲਾਫ, ਇਹ ਕੀ ਕਾਰਨ ਹੈ? ਦੇਖੋ, ਉੱਤਰਾਖੰਡ ਦੇ ਵਿੱਚ ਇੱਕ ਤਾਂ 4 ਧਾਮ ਨੇ ਜੀ, ਹਿੰਦੂ ਧਰਮ ਦੇ 4 ਪ੍ਰਸਿੱਧ ਤੀਰਥ। ਉਹ 4 ਧਾਮ ਦੇ ਨਾਲ ਨਾਲ ਉਸ ਉੱਤਰਾਖੰਡ ਦੇ ਵਿੱਚ ਬਹੁਤ ਸਾਰੇ ਹੋਰ ਹਿੰਦੂ ਮੰਦਿਰ ਨੇ ਜਿਹੜੇ ਪ੍ਰਸਿੱਧ ਮੰਦਿਰ ਗਿਣੇ ਜਾਂਦੇ। ਜੀ, ਜਿਹੜੀ ਪਿਛਲੀ ਸਰਕਾਰ ਸੀ ਹੈ ਉਹ ਵੀ ਭਾਜਪਾ ਦੀ ਸੀ। ਤਰਵਿੰਦਰ ਸਿੰਘ ਰਾਵਤ ਉਹਨੇ ਇੱਕ ਦੇਵਾ ਸਥਾਨਮ ਬੋਰਡ ਬਣਾ ਦਿੱਤਾ ਸੀ। ਉਹਦਾ ਦੇਵਾ ਸਥਾਨਮ ਬੋਰਡ ਸੀ, ਉਹਨੇ ਫਿਰ ਇਹਨਾਂ ਮੰਦਿਰਾਂ ਦਾ ਸਾਰਾ ਪ੍ਰਬੰਧ ਆਪਣੇ ਹੱਥ ਲੈ ਲਿਆ। ਅੱਗੇ ਹਿਮਾਚਲ ਪ੍ਰਦੇਸ਼ 'ਚ ਵੀ ਇੱਦਾਂ ਦਾ ਸਿਸਟਮ ਚੱਲਦਾ ਪਿਆ। ਉਹਨਾਂ ਨੇ ਇਸ ਗੱਲ ਦੇ ਉੱਤੇ ਪਾਇਆ ਰੌਲਾ ਪੁਜਾਰੀਆਂ ਨੇ ਕਿ ਇਹ ਸਿਸਟਮ ਗਲਤ ਹੈ, ਅਸੀਂ ਇਹਨੂੰ ਨਹੀਂ ਮੰਨਦੇ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੱਕ, ਨਰਿੰਦਰ ਮੋਦੀ, ਅਮਿਤ ਸ਼ਾਹ ਤੇ JP ਨੱਡਾ ਤੱਕ ਵੀ ਗੱਲ ਗਈ ਜੀ। ਉਹਨਾਂ ਨੇ ਆਖਿਆ ਸੀ ਸਮਝਾਵਾਂਗੇ। ਤਰਵਿੰਦਰ ਸਿੰਘ ਰਾਵਤ ਲੱਥ ਗਿਆ, ਉਹਦੀ ਥਾਂ ਤੇ ਤੀਰਥ ਸਿੰਘ ਰਾਵਤ ਨਵਾਂ ਮੁੱਖ ਮੰਤਰੀ ਆ ਗਿਆ। ਨਵੇਂ ਮੁੱਖ ਮੰਤਰੀ ਨੇ ਆਖਿਆ ਜੀ ਮੈਨੂੰ ਤੁਸੀਂ ਮੌਕਾ ਦਿਓ, ਮੈਂ ਇਹ ਦੇਵਾ ਸਥਾਨਮ ਬੋਰਡ ਜਿਹੜਾ ਤੋੜ ਕੇ ਤੇ ਸਾਰਾ ਪੁਰਾਣਾ ਪ੍ਰਬੰਧ ਬਹਾਲ ਕਰ ਦੂੰਗਾ। ਪੁਜਾਰੀਆਂ ਦਾ ਵਕਾਰ ਸਤਿਕਾਰ ਜਿਹੜਾ ਪਹਿਲਾਂ ਸੀ ਉਹਨੂੰ ਅਸੀਂ ਹਰ ਹਾਲਤ ਬਹਾਲ ਕਰਾਂਗੇ। ਤੇ ਪੁਜਾਰੀ ਮੰਨ ਗਏ। ਹੁਣ ਜਦੋਂ ਬਾਅਦ ਵਿੱਚ ਹੁਣ ਵਾਲਾ ਮੁੱਖ ਮੰਤਰੀ ਵੀ ਇਸ ਗੱਲ ਤੇ ਅੜ ਗਿਆ ਕਿ ਮੈਂ ਨਹੀਂ ਮੰਨਦਾ, ਉਹਨੇ ਆਖਿਆ ਇਹ ਤੋਂ ਵਾਅਦਾ ਕੀਤਾ ਸੀ, ਕਹਿੰਦਾ ਵਾਅਦਾ ਮੈਨੂੰ ਨਹੀਂ ਯਾਦ, ਉਹ ਅੜ ਗਿਆ ਆਪਣੀ ਥਾਂ ਦੇ ਉੱਤੇ। ਪੁਜਾਰੀਆਂ ਨੇ ਉੱਥੇ ਧਰਨਾ ਮਾਰਿਆ। ਅੱਜ ਸ਼ਾਇਦ ਉਹਦਾ 4ਥਾ ਦਿਨ ਚੱਲਦਾ ਪਿਆ। ਕੇਦਾਰਨਾਥ ਧਾਮ, ਜਿੱਥੇ ਗੁਫਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਕੈਮਰੇ ਫਿੱਟ ਕਰਾ ਕੇ ਫਿਰ ਗੁਫਾ 'ਚ ਵੜਨ ਲੱਗਿਆ ਵੇਂਦੇ ਸੀ ਕਿ ਕੈਮਰੇ ਠੀਕ ਠਾਕ ਆ ਜੀ, ਉਸ ਕੇਦਾਰਨਾਥ ਧਾਮ ਦੇ ਪੁਜਾਰੀ ਵੀ ਇਸ ਵੇਲੇ ਧਰਨੇ ਮਾਰਦੇ ਪਏ ਹੋਣ। ਇਹ ਤੋਂ ਸਮਝ ਲੈਣਾ ਚਾਹੀਦਾ ਕਿ ਧਰਮ ਕਰਮ ਦੇ ਮਾਮਲੇ ਵਿੱਚ ਵੀ ਰਾਜਨੀਤੀ ਦਾ ਕਿੰਨਾ ਦਖਲ ਹੈ, ਨਹੀਂ ਤੇ ਉਹਨਾਂ ਨੂੰ ਇਹੋ ਜਿਹੇ ਧਰਨੇ ਮਾਰਨ ਦੀ ਲੋੜ ਨਹੀਂ ਸੀ ਪੈਣੀ। ਅਜੇ ਤੇ ਗੱਲ ਸਿਰਫ ਉੱਥੋਂ ਦੀ ਆ, ਕਹਿੰਦੇ ਆ ਕਿ ਕੁਝ ਹੋਰ ਥਾਵਾਂ ਤੇ ਵੀ ਇਹੋ ਜਿਹਾ ਕੁਝ ਹੋ ਸਕਦਾ ਜਿਹੜਾ ਜੇ ਰਾਜਨੀਤੀ ਇਸੇ ਦਾ ਚੱਲਦੀ ਰਹੀ ਤੇ ਸੱਚੀ ਮੁੱਚੀ ਹੋ ਸਕਦਾ। ਪੰਨੂ ਸਾਹਿਬ, ਬਹੁਤ ਸਾਰੇ ਧਾਰਮਿਕ ਸਥਾਨ ਅਜਿਹੇ ਆ ਜਿੱਥੇ ਲੋਕਾਂ ਦੀਆਂ ਆਸਥਾ ਜੁੜੀਆਂ ਹੁੰਦੀਆਂ ਨੇ, ਪਰ ਯੂਪੀ ਵਿੱਚ ਇੱਕ ਮੰਦਿਰ ਹੈ ਕਰੋਨਾ ਮਾਤਾ ਦਾ ਮੰਦਿਰ, ਉਹ ਢਾਹ ਦਿੱਤਾ ਗਿਆ। ਇਹ ਕਿਸ ਤਰ੍ਹਾਂ ਦਾ ਮੰਦਿਰ ਬਣਾਇਆ ਗਿਆ, ਕੀ ਜ਼ਰੂਰਤ ਪੈ ਗਈ ਸੀ ਇਹਦੀ? ਦੇਖੋ, ਇੱਕ ਤਾਂ ਲੋਕ ਬਹੁਤ ਡਰੇ ਪਏ ਨੇ ਕਰੋਨਾ ਵਾਇਰਸ ਤੋਂ ਜੀ। ਸਰਕਾਰਾਂ ਵੱਲੋਂ ਪੂਰੇ ਪ੍ਰਬੰਧ ਨਹੀਂ, ਪ੍ਰਬੰਧ ਹਸਪਤਾਲਾਂ ਦੇ ਇਹਨਾਂ ਨੇ ਕੀ ਕਰਨੇ। ਇਹਨਾਂ ਕੋਲੋਂ ਤਾਂ ਜਿਹੜਾ ਕੋਈ ਮਰ ਜਾਂਦਾ ਉਹਦੇ ਸੰਸਕਾਰ ਦਾ ਜਾਂ ਉਹਨੂੰ ਦਫਨਾਉਣ ਦਾ ਉਹ ਵੀ ਪ੍ਰਬੰਧ ਪੂਰਾ ਨਹੀਂ ਜੀ। ਲਾਸ਼ਾਂ ਤਾਂ ਨਦੀਆਂ 'ਚ ਜਾ ਕੇ ਰੁਲਦੀਆਂ ਪਈਆਂ ਨੇ ਤੇ ਉਹਦੇ ਬਾਹਰ ਜਦੋਂ ਆਉਂਦੀਆਂ ਉਹਨਾਂ ਨੂੰ ਕੁੱਤੇ ਖਾਂਦੇ ਨੇ। ਸਾਰੀ ਦੁਨੀਆ 'ਚ ਕਹਿੰਦੇ ਆ ਕਿ ਜਿਹੜਾ ਇਨਸਾਨ ਮਰ ਜਾਵੇ ਉਹਦਾ ਜੇ ਸਾਰੀ ਉਮਰ ਨਹੀਂ ਹੋਇਆ ਤੇ ਮਰਨ ਤੋਂ ਬਾਅਦ ਤਾਂ ਉਹਦਾ ਸਤਿਕਾਰ ਕੋਈ ਨਾ ਕੋਈ ਕੀਤਾ ਜਾਣਾ ਚਾਹੀਦਾ। ਪਰ ਭਾਰਤ ਵਿੱਚ ਇੱਥੇ ਮਰ ਗਿਆਂ ਦਾ ਵੀ ਕੋਈ ਸਤਿਕਾਰ ਨਹੀਂ ਹੋ ਰਿਹਾ। ਜੇ ਪੱਤਰਕਾਰ ਫੋਟੋਗ੍ਰਾਫਰ ਫੋਟੋ ਲੈਣ ਵਾਸਤੇ ਆਉਂਦੇ ਨੇ ਤੇ ਉਹਨਾਂ ਨੂੰ ਜਿਹੜੇ ਪ੍ਰੈਸ ਫੋਟੋਗ੍ਰਾਫਰ ਨੇ, ਇਲੈਕਟ੍ਰੋਨਿਕ ਚੈਨਲਾਂ ਦੇ ਫੋਟੋਗ੍ਰਾਫਰ ਨੇ, ਪੁਲਿਸ ਆ ਕੇ ਤੇ ਉਹਨਾਂ ਨੂੰ ਭਜਾ ਕੇ ਤੇ ਫਿਰ ਸਰਕਾਰ ਦੇ ਬੰਦਿਆਂ ਨੂੰ ਸੱਦਦੀ ਹੈ ਤੇ ਉਹਨਾਂ ਦੇ ਉੱਤੇ ਰੇਤ ਪਾ ਜਾਂਦੀ ਹੈ। ਜਦੋਂ ਪ੍ਰੈਸ ਵਾਲੇ ਵੀ ਚੱਲ ਜਾਂਦੇ ਆ, ਪੁਲਿਸ ਵਾਲੇ ਵੀ ਚੱਲ ਜਾਂਦੇ, ਕੁੱਤੇ ਫਿਰ ਆਪਣੀ ਜ਼ਿੰਮੇਵਾਰੀ ਨਿਭਾਉਣ ਆ ਜਾਂਦੇ ਆ ਜੀ। ਇਹ ਖਬਰਾਂ ਆਮ ਹੋਈਆਂ ਪਈਆਂ ਨੇ। ਜਦੋਂ ਲੋਕਾਂ ਨੂੰ ਦਿਸਦਾ ਕਿ ਹੋਰ ਕੋਈ ਸਾਡੀ ਬਾਂਹ ਫੜਨ ਵਾਲਾ ਨਹੀਂ, ਫਿਰ ਲੋਕੀ ਇਸ ਤਰ੍ਹਾਂ ਦੇ ਕੰਮ ਕਰਦੇ ਆ। ਇੱਕ ਪਿੰਡ 'ਚ ਆ ਕੇ ਇੱਕ ਸਾਧੂ ਨੇ ਕਹਿ ਦਿੱਤਾ ਕਿ ਹਵਨ ਕਰਾਓ ਤੇ ਲੋਕਾਂ ਨੇ ਹਵਨ ਕਰਾ ਤੇ ਸਾਰਾ ਪਿੰਡ ਹਵਨ ਕਰਾਉਣ ਗਿਆ। ਇਹ ਵੀ ਘਟਨਾ ਯੂਪੀ 'ਚ ਵਾਪਰੀ ਜੀ। ਤੇ ਜਦੋਂ ਸਾਰਾ ਪਿੰਡ ਉਹਨੇ ਸੱਦ ਕੇ ਬਿਠਾ ਲਿਆ ਤੇ ਮਗਰੋਂ ਪਤਾ ਨਹੀਂ ਸਾਧੂ ਦੇ ਚੇਲੇ ਸੀ ਕਿ ਕੋਈ ਵੱਖਰਾ ਗੈਂਗ ਆਇਆ, ਉਹ ਲੋਕਾਂ ਦੇ ਘਰਾਂ 'ਚੋਂ ਸਫਾਈ ਕਰ ਗਿਆ। ਕਈਆਂ ਘਰਾਂ 'ਚ ਚੋਰੀਆਂ ਹੋ ਗਈਆਂ। ਅੱਛਾ, ਇਸ ਤਰ੍ਹਾਂ ਦੀਆਂ ਘਟਨਾਵਾਂ ਕੁਝ ਥਾਵਾਂ ਤੇ ਆਖਿਆ ਗਿਆ ਜੀ ਬਲੀ ਦਿਓ, ਬੱਕਰੇ ਦੀ ਬਲੀ ਦਿਓ, ਫਲਾਣੇ ਦੀ ਦਿਓ। ਇਹ ਹਿੰਦੂ ਧਰਮ 'ਚ ਬਲੀ ਪਹਿਲਾਂ ਵੀ ਦਿੱਤੀ ਜਾਂਦੀ ਸੀ ਜੀ। ਕਾਮਾਖਿਆ ਮੰਦਿਰ ਦੇ ਵਿੱਚ ਝੋਟਿਆਂ ਦੀ ਬਲੀ ਦਿੱਤੀ ਜਾਂਦੀ ਰਹੀ ਹੈ। ਲੋਕਾਂ ਆਖਿਆ ਸ਼ਾਇਦ ਇਹਦੇ ਨਾਲ ਠੀਕ ਹੋ ਜੂ। ਹੁਣ ਯੂਪੀ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੇ ਆਖਿਆ ਵੀ ਪਿੰਡ 'ਚ 5-6 ਮੌਤਾਂ ਹੋ ਗਈਆਂ ਤੇ ਮੈਨੂੰ ਇਹ ਚਾਨਣ ਹੋਇਆ ਕਿ ਇੱਥੇ ਜੇ ਕਰੋਨਾ ਮਾਤਾ ਦਾ ਮੰਦਿਰ ਬਣਾਇਆ ਜਾਵੇ
ਤੇ ਆਪਣਾ ਬਚਾਅ ਹੋ ਸਕਦਾ। ਹੂੰ ਉਹਨਾਂ ਨੇ ਫਟਾਫਟ ਮੰਦਿਰ ਬਣਾ ਲਿਆ, ਪੰਚਾਇਤ ਨਾਲ ਗਈ, ਇੱਕ ਮੂਰਤੀਕਾਰ ਨੂੰ ਪੈਸੇ ਦੇ ਕੇ ਆਰਡਰ ਤੇ ਛੇਤੀ ਛੇਤੀ ਕਰੋਨਾ ਦੀ ਮੂਰਤੀ ਬਣਾ ਲਈ। ਵੀ ਕਰੋਨਾ ਦੀ ਮੂਰਤੀ ਵਾਸਤੇ ਕਰੋਨਾ ਦਾ ਚਿਹਰਾ ਤੈਨੂੰ ਕਿੱਥੋਂ ਲੱਭਾ? ਜੀ ਕਹਿੰਦੇ ਜੀ ਚਿਹਰਾ ਜਿੱਦਾਂ ਦਾ ਕਰੋਨਾ ਦਾ ਸੈੱਲ ਜਿਹਾ ਵਾਇਰਸ ਜਿਹਾ ਬਣਾਇਆ ਕਰਾਉਨ ਜੇ ਵਰਗਾ, ਇਦਾਂ ਦਾ ਬਣਾ ਦਿੱਤਾ। ਜਿਹੜਾ ਕਰੋਨਾ ਵਾਇਰਸ ਚੀਨ ਚੋਂ ਪੈਦਾ ਹੋਇਆ ਦੱਸਦੇ ਆ, ਇਹ ਵੀ ਪਤਾ ਨਹੀਂ ਚੀਨ ਚੋਂ ਆਇਆ ਕਿ ਕਿੱਥੋਂ ਆਇਆ ਤੱਕ ਸਪਸ਼ਟ ਨਹੀਂ ਜੀ। ਉਹਦੇ ਇੱਥੇ ਦਰਸ਼ਨ ਵੀ ਲੋਕਾਂ ਨੂੰ ਕਰਾਉਣੇ ਸ਼ੁਰੂ ਕਰਤੇ। ਪਹਿਲਾਂ ਉਸ ਪਿੰਡ ਦੇ ਲੋਕ ਦਰਸ਼ਨ ਕਰਦੇ ਸੀ, ਅਗਲੇ ਦਿਨ ਲਾਗਲੇ ਪਿੰਡਾਂ ਵਾਲੇ ਵੀ ਆ ਗਏ। ਫਿਰ ਰੌਲਾ ਪੈ ਗਿਆ, ਪੁਲਿਸ ਤੱਕ ਗੱਲ ਚਲੀ ਗਈ। ਪੁਲਿਸ ਆਈ, ਉਹਨਾਂ ਨੇ ਆ ਕੇ ਆਖਿਆ ਤੁਸੀਂ ਅੰਧ ਵਿਸ਼ਵਾਸ ਫੈਲਾਉਂਦੇ ਜੀ। ਪਿੰਡ ਵਾਲਿਆਂ ਨੇ ਆਖਿਆ ਜੀ ਕੋਈ ਅੰਧ ਵਿਸ਼ਵਾਸ ਨਹੀਂ। ਜਦੋਂ ਇੱਕ ਵਾਰੀ ਇੱਥੇ ਚੇਚਕ ਫੈਲੀ ਸੀ, ਉਹ ਚੇਚਕ ਫੈਲਣ ਤੋਂ ਬਾਅਦ ਸਾਡੇ ਵੱਡੇ ਵਡੇਰਿਆਂ ਨੇ ਉਹਦਾ ਨਾਂ ਸੀਤਲਾ ਮਾਤਾ ਰੱਖਤਾ ਸੀ। ਉਹ ਕਹਿੰਦੇ ਜਿਸ ਤਰ੍ਹਾਂ ਚੇਚਕ ਫੈਲੀ ਤਾਂ ਉਹਦਾ ਨਾਂ ਸੀਤਲਾ ਮਾਤਾ ਰੱਖਿਆ ਗਿਆ ਸੀ। ਉਸੇ ਤਰ੍ਹਾਂ ਹੁਣ ਕਰੋਨਾ ਵਾਇਰਸ ਆ ਗਿਆ, ਅਸੀਂ ਕਰੋਨਾ ਮਾਤਾ ਦਾ ਮੰਦਿਰ ਬਣਾਤਾ। ਇਹਦੇ ਵਿੱਚ ਗਲਤ ਕੀ ਹੋਇਆ? ਇਹ ਸਾਡੀ ਸ਼ਰਧਾ ਦਾ ਸਵਾਲ ਹੈ। ਪੁਲਿਸ ਨੇ ਆਖਿਆ ਢਾਹ ਦੇਣਾ, ਉਹਨਾਂ ਆਖਿਆ ਤੁਸੀਂ ਢਾਹ ਕੇ ਵਿਖਾਓ। ਪੁਲਿਸ ਵਾਪਸ ਚਲੀ ਗਈ। ਅੱਧੀ ਰਾਤ ਨੂੰ ਆ ਕੇ ਚਾਰਜ ਫਿਰ ਉਹ ਪਿੰਡ ਨੂੰ ਘੇਰਾ ਪਾ ਕੇ ਪੁਲਿਸ ਨੇ ਰਾਤੋਂ ਰਾਤ ਉਹ ਮੰਦਿਰ ਢਾਇਆ ਤੇ ਰਾਤੋਂ ਰਾਤ ਦਾ ਮਲਬਾ ਵੀ ਚੁੱਕ ਕੇ ਲੈ ਗਈ ਜੀ। ਇਦਾਂ ਦੇ ਕੰਮ ਆਮ ਤੌਰ ਤੇ ਇਦਾਂ ਹੀ ਕੀਤੇ ਜਾਂਦੇ ਆ। ਇੱਥੇ ਜਲੰਧਰ ਦੇ ਵਿੱਚ ਗੁਰੂ ਨਾਨਕ ਮਿਸ਼ਨ ਚੌਕ ਦੇ ਲਾਗੇ ਨਾ ਇੱਕ ਇਦਾਂ ਦੇ ਸਮਾਧ ਜੀ ਬਣੀ ਹੁੰਦੀ ਸੀ, ਜਿੱਥੇ ਲੋਕੀ ਕੌੜਾ ਤੇਲ ਚੜਾਉਂਦੇ ਹੁੰਦੇ ਸੀ। ਮੈਂ ਬੜੇ ਵੱਡੇ ਵੱਡੇ ਅਫਸਰਾਂ ਨੂੰ, ਸੈਕਟਰੀ ਲੈਵਲ ਦੇ ਸੀਨੀਅਰ IAS ਅਫਸਰਾਂ ਨੂੰ, ਪੁਲਿਸ ਦੇ IG ਲੈਵਲ ਦੇ ਅਫਸਰਾਂ ਨੂੰ, ਇੰਜੀਨੀਅਰਾਂ ਤੇ ਡਾਕਟਰਾਂ ਨੂੰ ਉੱਥੇ ਆ ਕੇ ਤੇਲ ਚੜਾਉਂਦੇ ਵੇਖਿਆ। ਅਸੀਂ ਕਦੇ ਕਦੇ ਲੰਘਣਾ ਉੱਥੋਂ ਤੇ ਅਸੀਂ ਵੇਖਣਾ ਆ ਬੰਦਾ ਵੀ ਤੇਲ ਚੜਾਉਂਦਾ ਪਿਆ, ਔਰ ਉੱਥੇ 5-5 7-7 ਕੁਇੰਟਲ ਤੇਲ ਚੜ ਜਾਂਦਾ ਸੀ। ਜਦੋਂ ਇੱਕ ਮੇਅਰ ਇਹੋ ਜਿਹਾ ਜਿਹਨੇ ਆਖਿਆ ਡਰਾਮੇਬਾਜ਼ੀ ਬੰਦ ਕਰੋ, ਉਹਨੇ ਲਿਆ ਕੇ ਬਲਡੋਜ਼ਰ ਫੇਰ ਦਿੱਤੇ। ਉਦੋਂ ਬਾਅਦ ਅੱਜ ਕੱਲ੍ਹ ਉੱਥੇ ਕੁਛ ਵੀ ਨਹੀਂ। ਤੇ ਉਹ ਜਿਹੜੇ ਤੇਲ ਚੜਾਉਂਦੇ ਸੀ ਉਹਨਾਂ ਦੀਆਂ ਹੁਣ ਮਨੋਕਾਮਨਾਵਾਂ ਕੌਣ ਪੂਰੀਆਂ ਕਰਦਾ ਹੋਵੇਗਾ, ਮੈਨੂੰ ਨਹੀਂ ਪਤਾ ਜੀ। ਇੱਥੇ ਵੀ ਪੁਲਿਸ ਗਈ, ਉਹਨਾਂ ਨੇ ਜਾ ਕੇ ਕਰੋਨਾ ਮਾਤਾ ਦਾ ਮੰਦਿਰ ਢਾਹ ਤਾ, ਮਲਬਾ ਚੁੱਕ ਕੇ ਲੈ ਗਏ। ਪਤਾ ਨਹੀਂ ਜਾ ਕੇ ਕਿਹੜੀਆਂ ਰੂੜੀਆਂ ਤੇ ਸੁੱਟਿਆ। ਜਿਹੜੀ ਕਰੋਨਾ ਮਾਤਾ ਦੀ ਮੂਰਤੀ ਸੀ ਉਹਦਾ ਪਤਾ ਨਹੀਂ ਕੀ ਕੀਤਾ। ਕਿਸੇ ਨੇ ਆਪਣੇ ਭਾਵੇਂ ਸੈਂਪਲ ਦੇ ਤੌਰ ਦੇ ਉੱਤੇ ਘਰ 'ਚ ਗਿਫਟ ਦੇ ਤੌਰ 'ਤੇ ਰੱਖ ਲਈ ਹੋਵੇ ਕਿ ਆਏ ਗਏ ਨੂੰ ਵਿਖਾਇਆ ਕਰਾਂਗੇ, ਇਹ ਵੀ ਇੱਕ ਟਰਾਫੀ ਮੋਮੈਂਟੋ ਆਪਣੇ ਘਰ 'ਚ ਪਿਆ ਜੀ। ਪਰ ਉਹ ਮੰਦਿਰ ਢਾਹ ਦਿੱਤਾ ਗਿਆ। ਇਹ ਕੰਮ ਹੁੰਦਾ ਉਦੋਂ ਆ ਜਦੋਂ ਲੋਕ ਇਹ ਸਮਝਦੇ ਆ ਕਿ ਸਰਕਾਰਾਂ ਸਾਡੇ ਲਈ ਕੱਖ ਨਹੀਂ ਕਰਦੀਆਂ। ਇਹ ਉਸੇ ਯੂਪੀ 'ਚ ਹੋ ਰਿਹਾ ਜਿਹਦੇ ਕਾਨਪੁਰ ਸ਼ਹਿਰ ਦੇ ਵਿੱਚ ਇਹ ਸਕੈਂਡਲ ਨੰਗਾ ਹੋਇਆ ਕਿ ਜਿਹੜੇ ਕਰੋਨਾ ਦੀ ਵੈਕਸੀਨ ਆਉਣ ਤੋਂ ਪਹਿਲਾਂ ਰੈਮਡੇਸਿਵਿਰ ਦੇ ਇੰਜੈਕਸ਼ਨ ਆਏ ਸਨ। ਕਾਨਪੁਰ ਉੱਤਰ ਪ੍ਰਦੇਸ਼ ਦਾ ਬਹੁਤ ਵੱਡਾ ਸ਼ਹਿਰ ਜੀ, ਉਹ ਸ਼ਹਿਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਉਹ ਰੈਮਡੇਸਿਵਿਰ ਜਿਹੜੇ ਬੰਦਿਆਂ ਨੂੰ ਲਾਏ ਗਏ ਉਹ ਬੰਦੇ ਪਹਿਲਾਂ ਹੀ ਮਰ ਚੁੱਕੇ ਸੀ। ਜਿਹੜੀਆਂ ਤਰੀਕਾਂ ਨੂੰ ਲਾਏ ਗਏ ਉਹਨਾਂ ਤਰੀਕਾਂ ਤੋਂ ਪਹਿਲਾਂ ਉਹ ਬੰਦੇ ਮਰ ਚੁੱਕੇ ਸੀ। ਮੁਰਦਿਆਂ ਦੇ ਨਾਂ ਦੇ ਉੱਤੇ ਉਹ ਜਿਹੜੇ ਟੀਕੇ ਲਾਏ ਗਏ ਅਸਲ ਵਿੱਚ ਉਹਨਾਂ ਦੇ ਨਾਂ ਤੇ ਪਾ ਕੇ ਉਹ ਟੀਕੇ ਬਾਹਰ ਦੀ ਬਾਹਰ ਬਲੈਕ ਕੀਤੇ ਗਏ ਆ ਤੇ ਜਿਹੜੇ 5-5 10-10 ਗੁਣਾ ਰੇਟ ਦੇ ਉੱਤੇ ਵੇਚੇ ਗਏ ਆ। ਸਾਡੇ ਜਲੰਧਰ ਆ ਕੇ ਵੀ ਰਾਜਸਥਾਨ ਤੋਂ ਵੇਚਦੇ ਰਹੇ ਸੀ, ਇਹ ਫੜੇ ਵੀ ਗਏ ਸੀ ਇੱਥੋਂ ਦੀ ਮਿੱਠਾਪੁਰ ਰੋਡ ਦੇ ਉੱਤੇ। ਉਹ ਜਿੱਥੇ ਸਰਕਾਰਾਂ ਦੇ ਨੱਕ ਥੱਲੇ ਆਹ ਕੰਮ ਹੁੰਦਾ ਹੋਵੇ ਉੱਥੇ ਲੋਕੀ ਫਿਰ ਸਰਕਾਰਾਂ ਤੋਂ ਆਸ ਛੱਡ ਦਿੰਦੇ ਆ ਤੇ ਠੋਈਆਂ ਤੱਕਦੇ ਐਵੇਂ ਕੋਈ ਨਾ ਕੋਈ ਆਸਰੇ ਜੇ ਭਾਲਦੇ ਆ। ਉਹਦੇ ਚੋਂ ਕੋਈ ਫਿਰ ਕਰੋਨਾ ਮਾਤਾ ਜੰਮ ਪੈਂਦੀ ਹੈ। ਉੱਦਾਂ ਵੀ ਪਨੂੰ ਸਾਹਿਬ ਕੰਮ ਕੁਮ ਰੁਕੇ ਪਏ ਆ, ਕਹਿੰਦੇ ਹੁਣੇ ਚਲੋ ਇੱਧਰਲੇ ਪਾਸੇ ਜੋੜ ਕੇ ਦੇਖ ਲੈਂਦੇ ਆ। ਨਹੀਂ, ਇਹਦੇ ਵਿੱਚੋਂ ਤਾਂ ਜਿਹੜੀ ਕਮਾਈ ਇੱਕ ਦੋ ਜਣਿਆਂ ਨੇ ਹੋਊ ਨਾ ਜਿਨ੍ਹਾਂ ਨੇ ਮੰਦਿਰ ਬਣਾਇਆ, ਪਰ ਬਾਕੀ ਜਨਤਾ ਵੀ ਤਾਂ ਜਦੋਂ ਕੋਈ ਰਾਹ ਨਹੀਂ ਲੱਭਦਾ ਫਿਰ ਕਹਿੰਦੇ ਚੱਲ ਅੱਛਾ ਕਰੋਨਾ ਮਾਤਾ ਨੂੰ ਪੂਜ ਕੇ ਵੇਖ ਲਓ, ਸ਼ਾਇਦ ਇਹਦੇ ਵਿੱਚੋਂ ਕੁਝ ਮਿਲ ਜਾਵੇ। ਉਦੋਂ ਇਹ ਰਾਹ ਪਾਲਦੇ। ਅਮਰੀਕਾ ਤੋਂ ਖਬਰ ਹੈ, ਇੱਕ ਮੈਗਜ਼ੀਨ ਨੇ ਰਿਪੋਰਟ ਛਾਪੀ ਹੈ ਕਿ ਭਾਰਤ ਵਿੱਚ ਜਿਹੜੀਆਂ ਮੌਤਾਂ ਹੋਈਆਂ ਉਹ 7 ਗੁਣਾ ਜ਼ਿਆਦਾ ਹੋਈਆਂ। ਵੈਸੇ ਪਨੂੰ ਸਾਹਿਬ ਇੱਕ ਗੱਲ ਹੋਰ ਹੈ ਕਿ ਭਾਰਤ ਦੀ ਗੱਲ ਵੀ ਨਾਲ ਕਰਦੇ ਆਪਾਂ, ਵਿਦੇਸ਼ਾਂ 'ਚ ਵੀ ਬਹੁਤ ਸਾਰੇ ਦੇਸ਼ ਅਜਿਹੇ ਹੈ ਜਿੱਥੇ ਮੌਤਾਂ ਦੇ ਅੰਕੜੇ ਵੱਧਦੇ ਦਿਖਾਈ ਦਿੱਤੇ ਆ ਤੇ ਵੱਖ-ਵੱਖ ਅਖਬਾਰਾਂ ਨੇ ਛਾਪਿਆ ਵੀ ਹੈ। ਕਿਵੇਂ ਦੇਖਦੇ ਹੋ ਤੁਸੀਂ? ਕੋਈ ਅਖਬਾਰਾਂ ਬਾਅਦ ਛਾਪਣ ਡਈਆਂ। ਮੈਂ 4 ਮਹੀਨੇ ਪਹਿਲਾਂ ਕਹਿ ਦਿੱਤਾ ਸੀ ਕਿ ਸਾਡੇ ਪੰਜਾਬ ਵਿੱਚ ਜਿੰਨੇ ਲੋਕ ਮਰਦੇ ਆ ਕਰੋਨਾ ਵਾਇਰਸ ਦੇ ਨਾਲ ਉਹਦਾ ਚੌਥਾ ਹਿੱਸਾ ਵੀ ਨਹੀਂ ਲਿਖੇ ਜਾ ਰਹੇ। ਪਿੰਡਾਂ 'ਚ ਖਾਸ ਕਰਕੇ ਲੋਕੀ ਦੱਸ ਨਹੀਂ ਰਹੇ ਜੀ। ਸ਼ਹਿਰਾਂ ਦੇ ਵਿੱਚ ਵੀ ਫਿਗਰਾਂ ਪੂਰੀਆਂ ਨਹੀਂ ਮਿਲ ਰਹੀਆਂ। ਹੁਣ ਤਾਂ ਸਾਰੀਆਂ ਅਖਬਾਰਾਂ ਲਿਖਤਾ। ਔਰ ਇੱਥੇ ਸਭ ਤੋਂ ਪਹਿਲਾਂ ਰੌਲਾ ਉਦੋਂ ਪਿਆ ਜਦੋਂ ਗੁਜਰਾਤ ਦੇ ਇੱਕ ਅਖਬਾਰ ਨੇ ਆਪਣੇ ਗੁਜਰਾਤ ਦੇ ਸ਼ਮਸ਼ਾਨ ਘਾਟਾਂ 'ਚ ਜਾ ਕੇ ਪੁੱਛਿਆ ਕਿ PPE ਕਿੱਟ ਪਾ ਕੇ ਕਰੋਨਾ ਪ੍ਰੋਟੋਕੋਲ ਦੇ ਮੁਤਾਬਕ ਕਿੰਨੇ ਸੰਸਕਾਰ ਕੀਤੇ ਗਏ ਤੇ ਉਸੇ ਸ਼ਹਿਰ 'ਚ ਸਰਕਾਰ ਨੇ ਕਿੰਨੇ ਕਰੋਨਾ ਦੇ ਮਰੀਜ਼ ਮਰੇ ਦੱਸੇ ਜੀ। ਜ਼ਮੀਨ ਅਸਮਾਨ ਦਾ ਫਰਕ ਨਿਕਲਿਆ। ਉਹਦੀ ਰਿਪੋਰਟ ਲੈ ਕੇ ਫਿਰ BBC ਲੰਡਨ ਨੇ ਆਪਣੇ BBC TV ਦੇ ਉੱਤੇ ਰਿਪੋਰਟ ਦਿੱਤੀ ਕਿ ਗੁਜਰਾਤ ਵਿੱਚ ਮਰਦੇ ਇੰਨੇ ਲੋਕ ਪਏ, ਦੱਸੇ ਇੰਨੇ ਲੋਕ ਜਾ ਰਹੇ ਆ। ਇਹਦੇ ਤੋਂ ਬਾਅਦ
ਸਾਡੇ ਦੇਸ਼ ਦੇ ਜਿਹੜੇ ਸਭ ਤੋਂ ਵੱਡੇ 3 ਹਿੰਦੀ ਅਖਬਾਰ ਹੈ, ਉਹਨਾਂ 'ਚੋਂ ਇੱਕ ਅਖਬਾਰ ਭਾਸਕਰ ਨੇ ਇਹ ਰਿਪੋਰਟ ਪਹਿਲਾਂ ਗੁਜਰਾਤ ਤੋਂ ਲਾਈ, ਫਿਰ ਉਹਨੇ ਉੱਤਰ ਪ੍ਰਦੇਸ਼ ਤੋਂ ਲਾਈ, ਜੀ ਫਿਰ ਹੋਰ ਸੂਬਿਆਂ ਤੋਂ ਲਾਈ ਕਿ ਮੌਤਾਂ ਬਹੁਤ ਵੱਧ ਹੋ ਰਹੀਆਂ। ਭਾਸਕਰ ਨੇ ਤਾਂ ਅੱਡ-ਅੱਡ ਸ਼ਮਸ਼ਾਨ ਘਾਟਾਂ ਦੇ ਤੇ ਅੱਡ-ਅੱਡ ਸ਼ਹਿਰਾਂ ਦੇ ਸਰਕਾਰ ਦੇ ਅੰਕੜੇ ਦੇ ਕੇ ਵੀ ਦੱਸਤਾ ਕਿ ਮੌਤਾਂ ਕਈ ਗੁਣਾ ਵੱਧ ਹੋ ਰਹੀਆਂ ਨੇ। ਸਰਕਾਰ ਗੁਜਰਾਤ ਵਿੱਚ ਵੀ ਉੱਤਰ ਪ੍ਰਦੇਸ਼ 'ਚ ਵੀ ਬਹੁਤ ਘਟਾ ਕੇ ਦੱਸ ਰਹੀ ਹੈ। ਹੁਣ ਜੇ ਕੱਲ੍ਹ ਨੂੰ ਪੰਜਾਬ 'ਚ ਲੱਭਣ ਤੇ ਪੰਜਾਬ ਵਿੱਚ ਵੀ ਬਹੁਤ ਘੱਟ ਮੌਤਾਂ ਦਰਜ ਹੋ ਰਹੀਆਂ ਨੇ, ਸਾਰੀਆਂ ਨਹੀਂ ਦਰਜ ਹੋ ਰਹੀਆਂ। ਇਹਦਾ ਕਾਰਨ ਕੀ ਹੈ? ਜਾਂ ਪੰਚਾਇਤਾਂ ਜਾਣਦੀਆਂ, ਜਾਂ ਮਿਊਨਿਸਪਲ ਕਮੇਟੀਆਂ ਜਾਣਦੀਆਂ, ਜਾਂ ਪੰਜਾਬ ਦੀ ਸਰਕਾਰ ਜਾਣਦੀ ਹੈ, ਜਾਂ ਸੰਬੰਧਿਤ ਜ਼ਿਲ੍ਹਿਆਂ ਦੇ ਅਫਸਰ ਜਾਣਦੇ, ਪਰ ਘੱਟ ਦਰਜ ਹੋ ਰਹੀਆਂ ਨੇ। ਇਹ ਗੱਲ ਬੜੀ ਵਾਰ ਰੌਲਾ ਪੈ ਚੁੱਕਾ। ਹੁਣ ਅਸੀਂ ਅਮਰੀਕਾ ਦੇ ਉਸ ਮੈਗਜ਼ੀਨ ਨੂੰ ਕਿਉਂ ਲਈਏ ਜਿਹੜਾ ਕਹਿੰਦਾ ਕਿ 6-7 ਗੁਣਾ ਮੌਤਾਂ ਹੋਈਆਂ ਨੇ? ਹੁਣ ਤੱਕ 3,70,000 ਮੌਤਾਂ ਤਾਂ ਭਾਰਤ ਸਰਕਾਰ ਦੱਸਦੀ ਹੈ, ਪਰ ਜੇ ਉਹਨਾਂ ਦੇ ਹਿਸਾਬ ਨਾਲ ਲੈ ਲਈਏ ਤਾਂ 20 ਲੱਖ ਮੌਤਾਂ ਹੋ ਚੁੱਕੀਆਂ ਨੇ। ਹੋ ਸਕਦਾ ਹੋ ਗਈਆਂ, ਹੁਣ ਹੋ ਸਕਦਾ ਨਾ ਹੋਈਆਂ। ਹੁਣ ਮੈਂ ਉਹਨਾਂ 'ਚ ਨਹੀਂ ਜਾਂਦਾ। ਮੈਂ ਦੂਜੀ ਗੱਲ ਕਹਿਣਾ ਕਿ ਸਾਡੇ ਦੇਸ਼ ਵਿੱਚ ਜਿੰਨਾ ਝੂਠ ਚੱਲਦਾ ਪਿਆ ਉਹਦੀ ਹੱਦ ਹੈ ਕਿ ਗੁਜਰਾਤ ਦਾ ਇੱਕ ਸ਼ਹਿਰ ਆ, ਉੱਥੇ ਕੀ ਉਹਨੂੰ ਕਹਿੰਦੇ ਆ, ਰਾਜਕੋਟ ਦੇ ਵਿੱਚ 26 ਜਿਹੜੇ ਹੈਲਥ ਵਰਕਰ ਨੇ ਉਹਨਾਂ ਦੇ ਨਾਂ ਤੇ 1073 ਸੈਂਪਲ ਜਿਹੜੇ ਆ ਉਹ ਟੈਸਟ ਹੋ ਗਏ। ਆ ਸੈਂਪਲ ਟੈਸਟ ਕੀਤਾ, ਨੰਬਰ ਦੇ ਦਿੱਤਾ ਨਵਜੀਤ ਸਿੰਘ, ਦੂਸਰਾ ਸੈਂਪਲ ਟੈਸਟ ਕੀਤਾ ਨਵਜੀਤ ਸਿੰਘ, ਤੀਸਰਾ ਕੀਤਾ ਨਵਜੀਤ ਸਿੰਘ। 26 ਜਣੇ ਆ ਜਿਨ੍ਹਾਂ ਦੇ ਨਾਂ ਦੇ ਉੱਤੇ ਨੰਬਰ ਦੇ ਕੇ ਵਾਰ-ਵਾਰ ਟੈਸਟ ਹੋਏ ਆ। ਇਹਦਾ ਮਤਲਬ ਇਹ ਆ ਕਿ ਇੱਕ ਬੰਦੇ ਦੇ ਨਾਂ ਤੇ 41 ਟੈਸਟ ਹੋ ਗਿਆ। ਰਾਜਧਾਨੀ ਆ ਗਾਂਧੀ ਨਗਰ, ਉਹਦੇ ਨਾਲ ਜੁੜਦਾ ਵੱਡਾ ਸ਼ਹਿਰ ਆ ਅਹਿਮਦਾਬਾਦ, ਜਿੱਥੇ ਡੋਨਲਡ ਟਰੰਪ ਦਾ ਸਾਰਾ ਟੱਬਰ ਸੱਦਿਆ ਸੀ ਨਰਿੰਦਰ ਮੋਦੀ ਨੇ। ਜੀ ਉੱਥੇ 30 ਆਸ਼ਾ ਵਰਕਰਾਂ ਨੇ। ਉਹ ਆਸ਼ਾ ਵਰਕਰਾਂ ਜਿਹੜੀਆਂ ਹੈਲਥ ਡਿਪਾਰਟਮੈਂਟ ਨਾਲ ਜੁੜੀਆਂ ਹੁੰਦੀਆਂ, ਉਹਨਾਂ ਦੇ ਨਾਂ ਤੇ 1857 ਜਿਹੜੇ ਉਹ ਟੈਸਟ ਉੱਥੇ ਸੈਂਪਲ ਲਿਖ ਦਿੱਤੇ ਆ ਕਿ ਇਹ ਹੋਏ ਆ। ਨੰਬਰ ਆਸ਼ਾ ਵਰਕਰ ਦਾ ਦਿੱਤਾ, ਫਿਰ ਦੂਸਰੇ ਦਾ ਦੇ ਦਿੱਤਾ, ਫਿਰ ਤੀਸਰੇ ਦਾ ਦੇ ਦਿੱਤਾ। ਜਦੋਂ 30 ਦੇ ਪੂਰੇ ਹੋ ਗਏ ਫਿਰ ਟੈਸਟਾਂ ਦੇ ਉੱਤੇ ਉਹ ਨੰਬਰ ਦੌੜਾਉਣੇ ਸ਼ੁਰੂ ਕਰਤੇ, ਪੂਰੇ ਹੋ ਗਏ ਫਿਰ ਦੌੜਾਉਣੇ ਸ਼ੁਰੂ ਕਰਤੇ। ਇਹਦਾ ਮਤਲਬ ਇਹ ਕਿ ਇੱਕ ਆਸ਼ਾ ਵਰਕਰ ਦੇ ਨਾਂ ਤੇ 62 ਸੈਂਪਲ ਜਿਹੜੇ ਆ ਟੈਸਟ ਹੋਏ ਵਿਖਾਤੇ। ਅਜੇ ਇਦੋਂ ਵੀ ਅਗਲੀ ਗੱਲ ਸੁਣ ਲਓ। ਉੱਥੇ ਇੱਕ ਛੋਟਾ ਜਿਹਾ ਸ਼ਹਿਰ ਆ ਧੋਰਾਜੀ ਓਡਾ ਕਹਿ ਜਿੱਡਾ ਸਾਡਾ ਕਪੂਰਥਲਾ ਕਹਿ ਲਓ, ਜਿਹਦੇ ਨਾਲੋਂ ਵੱਡਾ ਨਹੀਂਗਾ। ਇਸ ਕਪੂਰਥਲੇ ਜਿੱਡੇ ਸ਼ਹਿਰ ਦੇ ਵਿੱਚ ਉੱਥੇ ਇੱਕ ਬੀਬੀ ਹੈ ਜਿਹਦੇ ਨਾਂ ਦੇ ਉੱਤੇ 270 ਵਾਰ ਸੈਂਪਲ ਟੈਸਟ ਹੋਇਆ। ਔਰ ਉਹਨੂੰ ਜਦੋਂ ਉਹ ਆਉਂਦਾ ਸੈਂਪਲ ਦਾ ਮੈਸੇਜ ਕਿ ਤੁਹਾਡਾ ਸੈਂਪਲ ਟੈਸਟ ਹੋ ਗਿਆ, ਤੇ ਹਰ ਵਾਰੀ ਉਹਦਾ ਐਡਰੈਸ ਪਤਾ ਕਰੋ। ਕੋਈ ਐਡਰੈਸ ਉਹਦਾ ਗੁਜਰਾਤ ਦਾ, ਕੋਈ ਉੱਤਰ ਪ੍ਰਦੇਸ਼ ਦਾ, ਕੋਈ ਕਿਸੇ ਸ਼ਹਿਰ ਸੂਬੇ ਦਾ। ਅੱਡ-ਅੱਡ ਸੂਬਿਆਂ 'ਚ ਪਤਾ ਨਹੀਂ ਉਹਦਾ ਮੋਬਾਈਲ ਫੋਨ ਹੀ ਇੰਨਾ ਚੰਗਾ ਲੱਗਾ ਕਿ ਹਰ ਥਾਂ ਤੇ ਸੈਂਪਲ ਕਰੀ ਜਾਓ ਤੇ ਉਸ ਬੀਬੀ ਦਾ ਨੰਬਰ, ਸੈਂਪਲ ਕਰੀ ਜਾਓ ਤੇ ਉਸ ਬੀਬੀ ਦਾ। 270 ਸੈਂਪਲ ਟੈਸਟ ਸਾਰੇ ਹਿੰਦੁਸਤਾਨ 'ਚ ਹੋਏ ਆ ਉਸ ਇੱਕੋ ਬੀਬੀ ਦੇ ਨਾਂ ਤੇ। ਤੇ ਉਹ ਬੀਬੀ ਇਹ ਕਹਿੰਦੀ ਆ ਕਿ ਮੈਂ ਅੱਜ ਤੱਕ ਸੈਂਪਲ ਟੈਸਟ ਕਰਾਇਆ ਹੀ ਕਿਤੇ ਨਹੀਂ, ਮੈਂ ਤਾਂ ਗਈ ਸਾਂ ਤੇ ਵੈਕਸੀਨ ਲਵਾ ਕੇ ਆ ਗਈ ਆ। ਵੈਕਸੀਨ ਵਾਲਾ ਨੇ ਮੇਰਾ ਨੰਬਰ ਅੱਗੇ ਕਿਸੇ ਨੂੰ ਦੇਤਾ ਹੋਊਗਾ, ਆਧਾਰ ਕਾਰਡ ਵੀ ਉਹਨਾਂ ਦੇ ਦਿੱਤਾ ਹੋਊ, ਉਹਨੂੰ ਲੈ ਕੇ ਸੈਂਪਲ ਤੋਂ ਉਹਦਾ ਜਿਹੜਾ ਟੈਲੀਫੋਨ ਨੰਬਰ ਸੀ, ਮੋਬਾਈਲ ਨੰਬਰ, ਤੇ ਉਹਦਾ ਆਧਾਰ ਕਾਰਡ ਨੰਬਰ ਲੈ ਕੇ ਸਾਰੇ ਹਿੰਦੁਸਤਾਨ 'ਚ ਪਤਾ ਨਹੀਂ ਕਿੱਥੇ ਕਿੱਥੇ। ਇਹ ਕਹਿੰਦੇ ਆ ਕਿ ਸਾਡੇ ਕੋਲ ਇੱਕ ਐਪ ਇਹੋ ਜਿਹੀ ਬਣੀ ਆ ਜਿਹੜੀ ਉਹਦੇ ਨਾਲ ਅਸੀਂ ਸਭ ਕੁਝ ਚੈੱਕ ਕਰੀ ਜਾਂਦੇ ਆ। ਸਾਡਾ ਸੈਂਟਰਲਾਈਜ਼ ਸਿਸਟਮ ਹੈ। ਕਿਹੋ ਜਿਹਾ ਤੁਹਾਡਾ ਸੈਂਟਰਲਾਈਜ਼ ਸਿਸਟਮ ਆ ਕਿ ਇੱਕ ਕੱਲੀ ਬੀਬੀ ਟੀਕਾ ਲਵਾਉਣ ਗਈ, ਉਹਦੇ ਫੋਨ ਦੇ ਉੱਤੇ ਇੱਕੋ ਨੰਬਰ ਦੇ ਉੱਤੇ 270 ਵਾਰ ਟੈਸਟ ਹੋ ਗਿਆ ਤੇ ਤੁਹਾਡਾ ਐਪ ਉਹਨੂੰ ਫੜ ਹੀ ਨਹੀਂ ਸਕਿਆ। ਤੁਹਾਡੀਆਂ ਆਸ਼ਾ ਵਰਕਰਾਂ 30 ਦੇ ਨਾਂ ਤੇ 62 ਵਾਰ ਉਹਨਾਂ ਦਾ ਨਾਂ ਲੈ ਕੇ ਤੇ ਸੈਂਪਲ ਟੈਸਟ ਹੋ ਗਿਆ, ਤੁਹਾਡਾ ਕੰਪਿਊਟਰ ਉਹਨੂੰ ਫੜ ਹੀ ਨਹੀਂ ਸਕਿਆ। ਤੁਹਾਡੇ 26 ਹੈਲਥ ਵਰਕਰਾਂ ਦੇ ਨਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੀ ਸਟੇਟ ਗੁਜਰਾਤ ਦੇ ਰਾਜਕੋਟ ਵਿੱਚ ਉਹਨਾਂ ਦੇ ਨਾਂ ਤੇ 10 ਤੋਂ 73 ਸੈਂਪਲ ਹੋ ਗਏ। ਇਹਦਾ ਮਤਲਬ ਇੱਕ ਦੇ ਨਾਂ ਤੇ 41 ਹੋ ਗਏ ਤੇ ਤੁਹਾਡਾ ਉੱਥੇ ਕੋਈ ਚੈੱਕ ਕਰਨ ਵਾਲਾ ਹੀ ਹੈ ਨਹੀਂ। ਇਹਦਾ ਮਤਲਬ ਇਹ ਆ ਕਿ ਜਿਹੋ ਜਿਹੇ ਮਰਨ ਵਾਲੇ ਉਹੋ ਜਿਹੇ ਫੂਕਣ ਵਾਲੇ, ਯਾਨੀ ਜਿਹੋ ਜਿਹੇ ਟੈਸਟ ਕਰਨ ਵਾਲੇ ਉਹੋ ਜਿਹੇ ਟੈਸਟ ਕਰਨ ਵਾਲਿਆਂ ਦੀ ਚੋਰੀ ਫੜਨ ਵਾਲੇ। ਜਿੱਥੇ ਕਿਸੇ ਨੇ ਸ਼ਿਕਾਇਤ ਕਰਤੀ ਉਹ ਫੜਿਆ ਗਿਆ, ਜਿਹੜਾ ਸਨ ਤੋਂ ਫੜਿਆ ਗਿਆ ਚੋਰ ਆ। ਬਾਕੀਆਂ ਨੂੰ ਆਖਿਆ ਜੀ ਬੜੇ ਟੈਸਟ ਕੀਤੇ, ਕਮਾਲ ਕਰਤੀ। ਅਜੇ ਪਰਸੋਂ ਦੀ ਗੱਲ ਹੈ, ਤੁਹਾਨੂੰ ਯਾਦ ਹੈ ਅਸੀਂ ਇਹ ਪ੍ਰੋਗਰਾਮ ਕੀਤਾ ਸੀ ਕਿ ਕੁੰਭ ਦੇ ਮੇਲੇ ਦੇ ਉੱਤੇ ਝੂਠੇ ਟੈਸਟ ਕੀਤੇ ਗਏ। ਸਾਡੇ ਫਰੀਦਕੋਟ ਦੇ ਇੱਕ ਬੰਦੇ ਨੂੰ ਇਹ ਦੱਸਿਆ ਗਿਆ ਕਿ ਤੂੰ ਕੁੰਭ ਦੇ ਮੇਲੇ ਦੇ ਉੱਤੇ ਆਇਆ ਸੀ ਤੇ ਤੇਰਾ ਟੈਸਟ ਉੱਥੇ ਹੋਇਆ, ਤੇਰੀ ਆਹ ਰਿਪੋਰਟ ਆ। ਤੇ ਉਹਨੇ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਨੂੰ ਇਹਦੀ ਸ਼ਿਕਾਇਤ ਭੇਜਤੀ ਕਿ ਮੈਂ ਤਾਂ ਉੱਥੇ ਗਿਆ ਹੀ ਨਹੀਂ ਤੇ ਮੇਰੇ ਨਾਂ ਦੇ ਉੱਤੇ ਟੈਸਟ ਕਿੱਦਾਂ ਦੀ ਪੜਤਾਲ ਕੀਤੀ ਜਾਵੇ। ਪੜਤਾਲ ਕੀਤੀ ਤੇ ਮੁੱਢਲੀ ਪੜਤਾਲ ਦੇ ਵਿੱਚ 1 ਲੱਖ ਇਹੋ ਜਿਹੇ ਲੋਕ ਨਿਕਲ ਆਏ ਜਿਹੜੇ ਹਰਿਦੁਆਰ ਗਏ ਹੀ ਨਹੀਂ,
ਪਤਾ ਨਹੀਂ ਬਾਅਦ ਵਿੱਚ ਵੀ ਘਰਦਿਆਂ ਨੇ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ, ਤੇ ਉਹਨਾਂ ਦੇ ਟੈਸਟ ਉੱਥੇ ਜਾ ਕੇ ਹੋਏ ਪਏ ਨੇ, ਕੋਈ ਗੱਲਬਾਤ ਹੀ ਨਹੀਂ। ਜਿਹੜੇ ਉਹਦੇ ਨੂੰ ਕਦੇ ਮੂੰਹ ਹੀ ਨਹੀਂ ਕੀਤਾ, ਉਹਨਾਂ ਦੇ ਨਾਂ ਤੇ ਟੈਸਟ ਹੋਏ ਪਏ ਨੇ। ਹੁਣ ਇਹ ਤਮਾਸ਼ਾ ਕੀ ਹੋ ਰਿਹਾ? ਇਹਦੇ 'ਚ ਜਦੋਂ ਇਸ ਤਰ੍ਹਾਂ ਦੇ ਸਾਡੇ ਘਰ 'ਚ ਰੌਲਾ ਹੋਵੇ, ਸਾਡੇ ਭਾਰਤ ਵਿੱਚ ਝੂਠੇ ਟੈਸਟ ਹੋ ਰਹੇ ਹੋਣ, ਸਾਡੇ ਭਾਰਤ ਵਿੱਚ ਝੂਠੀਆਂ ਫਿਗਰਾਂ ਬਣ ਰਹੀਆਂ ਹੋਣ, ਤੇ ਅਮਰੀਕਾ ਦਾ ਮੈਗਜ਼ੀਨ ਜੇ ਇਹ ਲਿਖੇ ਕਿ ਇੱਥੇ 20 ਲੱਖ ਮੌਤਾਂ ਹੋ ਗਈਆਂ, ਸਰਕਾਰ 3,70,000 ਦੱਸਦੀ ਆ, ਬਾਕੀ ਦੁਨੀਆ ਫਿਰ ਇਹੋ ਸਮਝੇਗੀ ਨਾ ਵੀ ਇਹ ਵੀ ਸੱਚ ਹੋਣਾ ਜੀ। ਜਾਂ ਤਾਂ ਇਹ ਆਪਣਾ ਘਰ ਸਾਫ਼ ਕਰਨ, ਜਿੰਨੇ ਟੈਸਟ ਹੁੰਦੇ ਉਹਨੇ ਲਿਖਣ, ਜਿੱਥੇ ਕਿਸੇ ਨੇ ਇਹੋ ਜਿਹੀ ਠੱਗੀ ਕੀਤੀ ਹੈ ਉਹਦੇ ਖਿਲਾਫ ਮਿਸਾਲੀ ਕਾਰਵਾਈ ਕਰਨ, ਤਾਂ ਕਿ ਬਾਅਦ ਵਿੱਚ ਕੋਈ ਹੋਰ ਇਹੋ ਜਿਹਾ ਕੰਮ ਕਰ ਨਾ ਸਕੇ। ਤੇ ਜੇ ਇੱਥੇ ਅਜੇ ਤੱਕ ਚੋਰਾਂ ਨੂੰ ਸ਼ਹਿ ਮਿਲਦੀ ਹੈ, ਮੰਤਰੀਆਂ ਦੀ ਸ਼ਹਿ ਨਾਲ ਚੋਰ ਆਹ ਕੰਮ ਕਰਦੇ ਪਏ ਆ, ਤੇ ਫਿਰ ਬਾਕੀ ਸਾਰੀ ਦੁਨੀਆ ਨੂੰ ਵੀ ਹੱਕ ਮਿਲ ਜਾਂਦਾ। ਤੁਸੀਂ ਕਿਹਦਾ ਮੂੰਹ ਫੜੋਗੇ? ਅੱਜ ਅਮਰੀਕਾ ਭੜ ਕੇ ਕੋਈ ਹੋਰ ਦੇਸ਼ ਲਿਖ ਸਕਦਾ। ਪਰ ਸਾਹਿਬ ਇੱਥੇ ਦੋ ਗੱਲਾਂ, ਇੱਕ ਤਾਂ ਇਹ ਹੈ ਕਿ ਜਿੱਦਾਂ ਉਹ ਦਿੱਤੇ ਜਾਂਦਾ ਟਾਰਗੇਟ ਦਿੱਤਾ ਜਾਂਦਾ ਹੈ ਬੈਂਕਾਂ ਵਾਲਿਆਂ ਨੂੰ, ਭਾਈ ਤੁਸੀਂ ਇੰਨਾ ਕੁ ਟਾਰਗੇਟ ਪੂਰਾ ਕਰਨਾ ਆ, ਤੇ ਇਹਨਾਂ ਦੇ ਵੀ ਟਾਰਗੇਟ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਦੂਸਰੇ ਪਾਸੇ ਇੱਦਾਂ ਵੀ ਲੱਗਦਾ ਉਹ ਪੰਜਾਬ ਵਾਲੇ ਪਾਸੇ ਜਦੋਂ ਮੰਤਰੀ ਰਾਤ ਨੂੰ ਫੋਨ ਕਰਦੇ ਆ, ਭਾਈ ਧਮਕੀਆਂ ਵੀ ਦਿੰਦੇ ਆ, ਉਸ ਤਰ੍ਹਾਂ ਦੇ ਹਾਲਾਤ ਵਿੱਚ ਬੰਦਾ ਤਾਂ ਨਹੀਂ ਸੀ ਜਿਹੜਾ ਮੈਸੇਜ ਹੀ ਕਰੀ ਗਿਆ। ਇਹਨੇ ਦੋਵੇਂ ਗੱਲਾਂ ਵੀ ਆ। ਇੱਕ ਹੋਰ ਵੀ ਆ ਜੀ, ਸੈਂਪਲ ਲੈਣ ਵਾਲੀਆਂ, ਟੈਸਟ ਕਰਨ ਵਾਲੀਆਂ ਲੈਬੋਰਟਰੀਆਂ ਨੂੰ ਸਰਕਾਰ ਪਰ ਟੈਸਟ ਦੇ ਹਿਸਾਬ ਨਾਲ ਪੈਸੇ ਦਿੰਦੀ ਆ, ਬਗੈਰ ਕਿਤੇ। ਕੁੰਭ ਦੇ ਮੇਲੇ 'ਚ ਸਰਕਾਰ ਨੇ ਆਖਿਆ ਕਿ ਜਿੰਨੇ ਟੈਸਟ ਹੋਣਗੇ ਉਹਨੇ ਸਾਰੇ ਟੈਸਟਾਂ ਦੇ ਪਰ ਹੈਡ ਇੱਕ ਬੰਦੇ ਪਿੱਛੇ ਇੰਨੇ ਪੈਸੇ ਮਿਲਣਗੇ ਲੈਬੋਰਟਰੀਆਂ ਨੂੰ ਜੀ। ਜਿਹੜੇ 1 ਲੱਖ ਇਸ ਤਰ੍ਹਾਂ ਦੇ ਟੈਸਟ ਕਰਦੇ ਕਾਗਜ਼ੀ ਪੱਤਰੀ, ਉਹ ਲੈਬੋਰਟਰੀਆਂ ਨੇ ਇਹੋ ਕੁਛ ਹੀ ਕੀਤਾ, ਪੈਸੇ ਕਮਾਉਣ ਲੱਗੇ ਰਹੇ। ਪਰ ਉਹਨਾਂ ਨੂੰ ਸ਼ਾਇਦ ਸਰਕਾਰ ਦੇ ਵਿੱਚੋਂ ਕਿਤੇ ਨਾ ਕਿਤੇ ਮਿਲ ਸਕਦੀ ਆ। ਜੇ ਸਰਕਾਰ ਵਿੱਚੋਂ ਸ਼ਾਇਦ ਨਾ ਮਿਲਦੀ ਹੋਵੇ, ਏਡੇ ਵੱਡੇ ਪੱਧਰ ਤੇ ਕਾਲਾ ਮਾਲਾ ਨਹੀਂ ਹੋ ਸਕਦਾ। ਯੋਗੀ ਆਦਿੱਤਿਆਨਾਥ ਦੀ ਸਰਕਾਰ ਵਿੱਚੋਂ ਸ਼ਾਇਦ ਨਾ ਮਿਲਦੀ ਹੋਵੇ, ਤੇ ਕਾਨਪੁਰ ਦੇ ਵਿੱਚ ਮੁਰਦਿਆਂ ਨੂੰ ਜਿਹੜੇ ਪਹਿਲਾਂ ਮਰ ਚੁੱਕੇ ਆ ਉਹਨਾਂ ਨੂੰ ਰੈਮਡੇਸਿਵਿਰ ਦੇ ਇੰਜੈਕਸ਼ਨ ਲੱਗ ਤਾਂ ਸਕਦੇ ਆ। ਉਹ ਤੇ ਪਤਾ ਨਹੀਂ ਗੰਗਾ ਨਦੀ ਦੇ ਕੰਢੇ ਕਿਤੇ ਪਏ ਹੋਣੇ ਤੇ ਉਹਨਾਂ ਨੂੰ ਕੁੱਤੇ ਖਾਣ ਡੇ ਹੋਣਗੇ। ਜੀ, ਸਰਕਾਰ ਦੀ ਗੱਲ ਕੀਤੀ ਹੈ, ਪੰਜਾਬ ਭਾਜਪਾ ਦੀ ਵੀ ਗੱਲ ਕਰ ਹੀ ਲੈਂਦੇ ਆ। ਪੰਜਾਬ ਭਾਜਪਾ 'ਚ ਬਹੁਤ ਕੁਝ ਚੱਲ ਰਿਹਾ। ਅਨਿਲ ਜੋਸ਼ੀ ਦੇ ਦੋਸ਼ਾਂ ਤੋਂ ਬਾਅਦ ਹੁਣ ਸਫਾਈ ਦਿੱਤੀ ਹੈ ਅਸ਼ਵਨੀ ਕੁਮਾਰ ਹੋਣਾ ਨੇ। ਉਹ ਕਹਿੰਦੇ ਆ ਕਿ ਸਾਰਾ ਕੁਝ ਠੀਕ ਹੈ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਾਹਿਬ ਤੁਸੀਂ ਕਿਵੇਂ ਦੇਖਦੇ ਆ ਸਭ ਐਂਗਲਾਂ ਨੂੰ? ਦੇਖੋ, ਪੰਜਾਬ ਭਾਜਪਾ ਦਾ ਪ੍ਰਧਾਨ ਅਸ਼ਵਨੀ ਸ਼ਰਮਾ ਆਇਆ ਸੀ ਅੰਮ੍ਰਿਤਸਰ ਜੀ। ਉੱਥੇ ਉਹਨੇ ਜ਼ਿਲ੍ਹੇ ਦੀ ਐਗਜ਼ੈਕਟਿਵ ਦੀ ਮੀਟਿੰਗ ਬੁਲਾਈ, ਉਹਦੇ 'ਚ ਅਨਿਲ ਜੋਸ਼ੀ ਨਹੀਂ ਆਇਆ। ਇਹਨੇ ਉੱਥੇ ਤਕਰੀਰ ਕੀਤੀ ਕਿ ਪਾਰਟੀ ਦੇ ਕੁਝ ਨੇਤਾ ਸਾਡੇ ਵਰਕਰਾਂ ਦਾ ਮਨੋਬਲ ਤੋੜਦੇ ਪਏ, ਪਰ ਨਾਂ ਨਹੀਂ ਲਿਆ। ਬਾਅਦ ਵਿੱਚ ਪ੍ਰੈਸ ਨਾਲ ਗੱਲ ਕਰਨ ਲੱਗਾ ਤੇ ਇਹਨੇ ਸਿੱਧੇ ਤੌਰ ਤੇ ਅਨਿਲ ਜੋਸ਼ੀ ਦਾ ਨਾਂ ਲਿਆ ਕਿ ਉਹ ਗਲਤ ਗੱਲਾਂ ਕਰਦਾ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਕੇਂਦਰ ਦੀ ਲੀਡਰਸ਼ਿਪ ਨੂੰ ਕਿਸਾਨਾਂ ਦੇ ਮਸਲੇ ਬਾਰੇ ਦੱਸਿਆ ਹੀ ਨਹੀਂ। ਕਹਿੰਦਾ ਅਸੀਂ ਤਾਂ ਸਭ ਕੁਝ ਦੱਸਿਆ, ਅਸੀਂ ਹਰ ਗੱਲ ਦੱਸਦੇ ਰਹੇ ਹਾਂ, ਔਰ ਭਾਰਤ ਸਰਕਾਰ ਬੜੇ ਯਤਨ ਕਰਦੀ ਹੈ, ਕਿਸਾਨ ਤੇ ਆਪ ਹੀ ਕਿਸੇ ਗੱਲ ਤੇ ਨਹੀਂ ਆਉਂਦੇ। ਇਹਨੇ ਹਾਂ ਗੱਲਾਂ ਆਖੀਆਂ ਕਿਉਂ? ਇਸ ਕਰਕੇ ਕਿ ਅਨਿਲ ਜੋਸ਼ੀ ਨੇ ਚੁੱਪ ਤੋੜੀ ਹੈ ਪਿਛਲੇ ਹਫ਼ਤੇ, ਤੇ ਉਹਨੇ ਆਖਿਆ ਕਿ ਉੱਧਰੋਂ ਚੋਣਾਂ ਤੁਰੀਆਂ ਆਉਂਦੀਆਂ, ਭਾਜਪਾ ਲੀਡਰਸ਼ਿਪ ਕਿਸਾਨਾਂ ਦੀ ਗੱਲ ਨਹੀਂ ਸੁਣਦੀ। ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਡਰਾਮੇਬਾਜ਼ੀ ਕਰਦੀ ਹੈ, ਕੇਂਦਰ ਦੇ ਲੀਡਰਾਂ ਨੂੰ ਜਾ ਕੇ ਅਸਲੀ ਗੱਲ ਇਹ ਦੱਸਦੇ ਨਹੀਂ। ਇਸ ਕਰਕੇ ਮਸਲਾ ਲਟਕਿਆ ਪਿਆ, ਤੇ ਜੇ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ ਤੇ ਅਸੀਂ ਅਗਲੀਆਂ ਚੋਣਾਂ ਲੜਦੀਆਂ ਕਿੱਦਾਂ? ਜਿਹੜੀਆਂ ਗੱਲਾਂ ਉਹਨੇ ਆਖੀਆਂ ਅਨਿਲ ਜੋਸ਼ੀ ਨੇ, ਉਹ ਸਾਰੀਆਂ ਠੀਕ ਹੈ। ਇੰਨੀਆਂ ਠੀਕ ਹੈ ਕਿ ਇੱਕ ਦਿਨ ਉਹਨੇ ਆਖੀਆਂ, ਉਹਦੇ ਤੋਂ ਅਗਲੇ ਦਿਨ ਸਾਬਕਾ ਮੰਤਰੀ ਪਠਾਨਕੋਟ ਤੋਂ ਮਾਸਟਰ ਮੋਹਨ ਲਾਲ ਬੋਲ ਪਿਆ ਜੀ। ਉਹਨੇ ਆਖਿਆ ਜੀ ਜੋ ਅਨਿਲ ਜੋਸ਼ੀ ਕਹਿੰਦਾ ਬਿਲਕੁਲ ਠੀਕ ਕਹਿੰਦਾ, ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਕੇਂਦਰ ਦੀ ਲੀਡਰਸ਼ਿਪ ਨੂੰ ਸਹੀ ਬਰੀਫਿੰਗ ਨਹੀਂ ਕੀਤੀ, ਸਹੀ ਗੱਲ ਨਹੀਂ ਦੱਸੀ, ਇਸ ਕਰਕੇ ਕਿਸਾਨਾਂ ਦਾ ਮਸਲਾ ਲਟਕਿਆ ਪਿਆ। ਇਹਦਾ ਹੱਲ ਨਾ ਕੀਤਾ ਤੇ ਚੋਣਾਂ ਦੇ ਵਿੱਚ ਪਿੰਡਾਂ 'ਚ ਜਾਣਾ ਔਖਾ ਹੋ ਜੂ। ਅਜੇ ਮਾਸਟਰ ਮੋਹਨ ਲਾਲ ਵਾਲੀ ਜਿਹੜੀ ਖਬਰ ਸੀ ਉਹਦੀ ਸਿਆਹੀ ਨਹੀਂ ਸੀ ਸੁੱਕੀ। ਅਗਲੇ ਦਿਨ ਬਿਆਨ ਆ ਗਿਆ ਜਲੰਧਰ ਉੱਤਰੀ ਹਲਕੇ ਤੋਂ ਜਿਹੜਾ ਸਾਬਕਾ MLA ਆ KD ਭੰਡਾਰੀ, ਭਾਜਪਾ ਦਾ ਲੀਡਰ, ਉਹਨੇ ਆਖਿਆ ਜੀ ਇਹ ਸਾਰੀ ਗੱਲ ਠੀਕ ਹੈ ਜੋ ਅਨਿਲ ਜੋਸ਼ੀ ਕਹਿੰਦਾ, ਜੋ ਮਾਸਟਰ ਮੋਹਨ ਲਾਲ ਕਹਿੰਦਾ। ਸਾਡੀ ਪਾਰਟੀ ਨੂੰ ਇਹ ਸਮਝ ਨਹੀਂ ਲੱਗਦੀ ਕਿ ਸਾਰੇ ਕਿਸਾਨ ਕੋਈ ਜੱਟ ਸਿੱਖ ਹੀ ਤੇ ਨਹੀਂ ਹੈ, ਮੇਰੇ ਰਿਸ਼ਤੇਦਾਰ ਵੀ ਕਿਸਾਨ ਨੇ। ਇਹ ਜਿਹੜੇ ਕਿਸਾਨ ਨੇ ਇਹਨਾਂ ਦੀ ਗੱਲ ਜੇ ਅਸੀਂ ਨਾ ਸੁਣੀ ਤੇ ਅਸੀਂ ਲੋਕਾਂ 'ਚ ਜਾਵਾਂਗੇ ਕਿਵੇਂ? ਹੁਣ ਜੋ ਸਾਰੇ ਪਾਸੇ ਤੋਂ ਦਬਾਅ ਪਿਆ ਤੇ ਪਾਰਟੀ ਦੀਆਂ ਮੀਟਿੰਗਾਂ 'ਚ ਵੀ ਵਰਕਰ ਪੁੱਛਣ ਲੱਗ ਪਿਆ, ਉਹਨਾਂ ਕੋਲ ਜਵਾਬ ਦੇਣ ਵਾਸਤੇ ਹੋਰ ਤੇ ਕੁਛ ਹੈ ਨਹੀਂ। ਅਸ਼ਵਨੀ ਸ਼ਰਮਾ ਨੇ ਭਾਂਡਾ ਭੰਨ ਦਿੱਤਾ ਅਨਿਲ ਜੋਸ਼ੀ ਤੇ ਮਾਸਟਰ ਮੋਹਨ ਲਾਲ ਤੇ। ਨਾ ਭਾਵੇਂ ਨਹੀਂ ਸੀ ਲੈ ਅੰਦਰ ਮੀਟਿੰਗ 'ਚ, ਬਾਹਰ ਆ ਕੇ ਪ੍ਰੈਸ ਵਿੱਚ ਲੈ ਤੇ, ਪਰ ਦੁਖੀ ਇਹ ਸਾਰੇ ਇਸ ਗੱਲ ਤੋਂ ਆ ਕਿ ਸਾਡੇ ਅੰਦਰੋਂ ਉੱਠੇ ਬੰਦਿਆਂ ਨੇ ਸਾਡਾ ਜਿਹੜਾ ਅੰਦਰ ਦੀ ਗੱਲ ਹੈ ਉਹ ਬਾਹਰ ਕੱਢ ਦਿੱਤੀ ਹੈ। ਇਹ ਸੱਚੀ ਗੱਲ ਹੈ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਹਿੰਦੀ ਹੈ, ਕੇਂਦਰ ਵਾਲਿਆਂ ਨੂੰ ਦੱਸਿਆ, ਇਹ ਤਾਂ ਜਦੋਂ ਕੇਂਦਰ ਵਿੱਚ ਜਾਂਦੇ ਆ ਇਹਨਾਂ ਦੀ ਕਿਸੇ ਦੀ ਜ਼ਰੂਰਤ ਨਹੀਂ ਕਿ ਅੱਖ ਚੁੱਕ ਕੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਵੱਲ ਵੇਖ ਵੀ ਸਕਣ। ਇਹ ਤੇ ਨੀਵੀਂ ਪਾ ਕੇ ਗੋਡੀ ਹੱਥ ਲਾਉਂਦੇ ਆ ਤੇ ਪਰੇ ਹੋ ਕੇ ਬਹਿ ਜਾਂਦੇ। ਉਦੋਂ ਬਾਅਦ ਤਿੰਨ ਦੀ ਔਕਾਤ ਹੀ ਨਹੀਂ। ਇਹਨਾਂ ਵਿਚਾਰਿਆਂ ਜਾ ਕੇ ਦੱਸਿਆ ਕੀ ਹੋਊਗਾ?
ਜੀ ਬਿਲਕੁਲ। ਪੰਜ ਸਾਹਿਬ, ਅੰਬਾਂ ਦਾ ਸੀਜ਼ਨ ਆ ਤੇ ਅੰਬ ਆਪਾਂ ਵੀ ਇੱਕ ਦਿਨ ਖਾਦੇ ਸੀ 5-7 ਕਿਲੋ। ਇਹ ਇਮਰਾਨ ਖਾਨ ਵਾਲੀ ਡਿਪਲੋਮੇਸੀ ਕੀ ਅੰਬਾਂ ਦੀ, ਉਹ ਨਹੀਂ ਸਮਝ ਆ ਰਹੀ। ਲੋਕਾਂ ਨੇ ਆਖਣਾ ਕਿ 5-7 ਕਿਲੋ ਅੰਬ ਖਾਣ ਵਾਲੀ ਸਿਹਤ ਤਾਂ ਜਾਪਦੀ ਨਹੀਂ। ਇਹ ਸਾਰਿਆਂ ਨੇ ਪਤਾ ਨਹੀਂ ਤੁਹਾਂ ਕਿੱਦਾਂ ਖਾ ਰਹੇ ਨੇ। ਇਹ ਜਾਂ ਤਾਂ ਇਹ ਦੱਸਣਾ ਪਊਗਾ ਕਿ ਕਿੱਡਾ ਵੱਡਾ ਦਫ਼ਤਰ ਆ, ਸਾਰਾ ਰਲਾ ਕੇ 5-7 ਕਿਲੋ ਖਾਦੇ ਸੀ। ਖੈਰ, ਪਾਕਿਸਤਾਨ ਦੀ ਸਰਕਾਰ ਕਦੇ ਕਦੇ ਇਦਾਂ ਕਰਦੀ ਹੁੰਦੀ ਆ, ਜਦੋਂ ਅੰਬਾਂ ਦਾ ਮੌਸਮ ਆਵੇ ਇਹ ਚੋਣਵੇਂ ਅੰਬਾਂ ਦੇ ਟੋਕਰੇ ਅੱਡ-ਅੱਡ ਦੇਸ਼ਾਂ ਨੂੰ ਭੇਜਦੇ ਆ ਜੀ। ਜਦੋਂ ਹਾਲਾਤ ਸੁਖਾਵੇਂ ਹੋਣ ਫਿਰ ਭਾਰਤ ਨੂੰ ਵੀ ਭੇਜਦੇ ਆ। ਅੱਜ ਕੱਲ੍ਹ ਨਹੀਂ, ਇਹਨਾਂ ਨੇ ਭੇਜੇ ਅਮਰੀਕਾ ਨੂੰ, ਕੈਨੇਡਾ ਨੂੰ, ਬਰਤਾਨੀਆ ਨੂੰ, ਜਰਮਨੀ, ਫਰਾਂਸ, ਸਾਰਿਆਂ ਨੂੰ। ਇਹਨਾਂ ਨੇ ਚੀਨ ਨੂੰ ਵੀ ਭੇਜੇ ਸੀ ਜੀ। ਹੈਰਾਨੀ ਦੀ ਗੱਲ ਇਹ ਆ ਕਿ ਉਹਨਾਂ ਚੋਂ ਅੱਧੇ ਤੋਂ ਵੱਧ ਦੇਸ਼ਾਂ ਨੇ ਇਹਨਾਂ ਦੇ ਅੰਬਾਂ ਦੇ ਟੋਕਰੇ, ਚੌਸਾ ਅੰਬ ਸੀਗਾ, ਬਹੁਤ ਸਵਾਦੀ ਹੁੰਦਾ, ਉਹ ਸਾਰੇ ਵਾਪਸ ਕਰਤੇ ਆ। ਬਹਾਨਾ ਉਹਨਾਂ ਨੇ ਇਹ ਲਾਇਆ ਕਿ ਕਰੋਨਾ ਵਾਇਰਸ ਦਾ ਚੱਕਰ ਚੱਲਦਾ ਪਿਆ, ਕੁਆਰੰਟਾਈਨ ਆ, ਅਸੀਂ ਬਾਹਰ ਦੀ ਕੋਈ ਚੀਜ਼ ਨਹੀਂ ਲੈ ਰਹੇ। ਇਹ ਗੱਲ ਵੈਸੇ ਗਲਤ ਆ। ਉਹ ਦੇਸ਼ ਆਪਣੇ ਲੋਕਾਂ ਵਾਸਤੇ, ਉਹਨਾਂ ਦੇ ਖਾਣ ਵਾਸਤੇ ਅੰਬ ਅਜੇ ਵੀ ਬਾਹਰੋਂ ਇੰਪੋਰਟ ਕਰ ਰਹੇ ਨੇ ਜੀ। ਚੀਨ ਵਿੱਚ ਵੀ ਬਾਹਰੋਂ ਅੰਬ ਜਾ ਰਹੇ ਨੇ, ਅਮਰੀਕਾ ਵਗੈਰਾ 'ਚ ਵੀ ਜਾ ਰਹੇ ਨੇ। ਪਾਕਿਸਤਾਨ ਨੂੰ ਝਟਕਾ ਇਸ ਕਰਕੇ ਦਿੱਤਾ ਕਿਉਂਕਿ ਪਾਕਿਸਤਾਨ ਪਿਛਲੇ ਸਮੇਂ 'ਚ ਜਿਸ ਤਰ੍ਹਾਂ ਕਰਦਾ ਰਿਹਾ, ਉਹਦੇ ਤੋਂ ਉਹ ਸਾਰੇ ਦੁਖੀ ਨੇ। ਹੁਣ ਇਹਨਾਂ ਨੇ ਫਰਾਂਸ ਨੂੰ ਵੀ ਉਸ ਲਿਸਟ ਵਿੱਚ ਰੱਖ ਲਿਆ। ਅੱਗੋਂ ਫਰਾਂਸ ਵਾਲਿਆਂ ਨੇ ਪਹਿਲਾਂ ਕਹਿ ਦਿੱਤਾ ਜੀ ਭੇਜਿਓ ਨਾ, ਕਿਉਂਕਿ ਅਜੇ ਥੋੜ੍ਹੇ ਦਿਨ ਪਹਿਲਾਂ ਤਾਂ ਪਾਕਿਸਤਾਨ ਦੇ ਵਿੱਚ ਐਡੀ ਹਨੇਰੀ ਆਈ ਪਈ ਸੀ, ਐਡੇ ਮੁਜ਼ਾਹਰੇ ਹੋਣ ਰਹੇ ਸੀ ਫਰਾਂਸ ਦੇ ਰਾਸ਼ਟਰਪਤੀ ਦੇ ਖਿਲਾਫ। ਤੇ ਜੇ ਫਰਾਂਸ ਦੇ ਰਾਸ਼ਟਰਪਤੀ ਦੇ ਖਿਲਾਫ ਐਡੇ ਮੁਜ਼ਾਹਰੇ ਕਰਨੇ ਆ ਤੇ ਉਹਨਾਂ ਨੇ ਮੁੜ ਕੇ ਅੰਬ ਚੂਪ ਕੇ ਤੇ ਇਹਦਾ ਕਸੈਲਾ ਜਿਹਾ ਸਵਾਦ ਜੋ ਮੰਨਣਾ, ਉਹਨਾਂ ਪਹਿਲਾਂ ਨਾ ਕਰਤੀ ਚੰਗੀ ਆ। ਸੋ ਸਾਡੇ ਕੋਲ ਜਿਹੜੀ ਖਬਰ ਪਹੁੰਚੀ ਆ ਪਾਕਿਸਤਾਨ ਤੋਂ, ਪਾਕਿਸਤਾਨ ਦੇ ਆਪਣੇ ਮੀਡੀਆ ਤੋਂ, ਉਹ ਇਹ ਹੈ ਕਿ ਪਾਕਿਸਤਾਨ ਨੇ ਭਾਜੀ ਭੇਜੀ ਸੀ, ਪ੍ਰਵਾਨ ਕਿਸੇ ਨਹੀਂ ਕੀਤੀ, ਡੱਬੇ ਬਰੰਗ ਮੋੜ ਆਏ ਆ। ਜੀ ਪੰਜ ਸਾਹਿਬ, ਆਪਾਂ ਤਾਂ ਅੰਬ ਖਾ ਲਏ ਸੀਗੇ, ਤੁਸੀਂ ਮੰਗਾ ਕੇ ਦਿੱਤੇ ਸੀ ਕਿ ਸਟਾਫ ਆਪਣਾ 8-10 ਦਾ ਸੀ ਜਿਨ੍ਹਾਂ ਨੇ ਖਾਦੇ ਸੀ, ਪਰ ਇਮਰਾਨ ਖਾਨ ਦਾ ਮਸਲਾ ਦੇਖਦੇ ਕਦੋਂ ਹੱਲ ਹੁੰਦਾ। ਬਹੁਤ ਬਹੁਤ ਧੰਨਵਾਦ ਖਬਰਾਂ 'ਚ ਚਰਚਾ ਕਰਨ ਲਈ। ਸੋ ਪ੍ਰੋਗਰਾਮ ਹੁਣ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।